अंग महाराज शेर सिंह विष्णु भगवान दी जय। सोहंग 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 महाराज शेर सिंह विष्णु भगवान दी जय। हर संगत जीओ, आप इस वेले नेक कलंक धर्म आम कलकी अवतार 24 ਦੇ ਚਰਨਾਂ ਵਿੱਚ ਮਟੁੰਡਾ ਦੀ ਧਰਤੀ ਉੱਤੇ ਸੁਸ਼ੋਭਿਤ ਹੋ। ਮੇਰੇ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਧਰਨੀ ਨੂੰ ਆਪਣੇ ਚਰਨਾਂ ਦੀ ਸ਼ੋਅ ਦਿੱਤੀ। ਅੱਜ ਬੜੀ ਖੁਸ਼ੀ ਹੈ ਕਿ ਸੰਗਤ ਦੂਰੋਂ ਦੂਰੋਂ ਚੱਲ ਕੇ ਪੂਰਨ ਪਰਮੇਸ਼ਵਰ ਦੇ ਇਸ ਮਟੁੰਡਾ ਦੀ ਧਰਤੀ ਦੇ ਉੱਤੇ ਆ ਕੇ ਦਰਸ਼ ਕਰ ਰਹੀ ਹੈ। ਸਾਹਿਬ ਨੇ ਜਦੋਂ ਇਸ ਧਰਤੀ 'ਤੇ ਚਰਨ ਟਿਕਾਏ ਸੀ, ਉਸ ਵੇਲੇ ਕਿਹਾ ਸੀ, ਮੈਂ ਆਪਣੀ ਚੌਥੀ ਕੁੰਟ ਪ੍ਰਗਟ ਕਰ ਦਿੱਤੀ ਹੈ। ਇਹ ਮਟੁੰਡਿਆਂ ਵਾਲੇ ਕੱਲ੍ਹ ਦੇ ਖੁਸ਼ੀਆਂ ਵਿੱਚ ਭੱਜੇ ਫਿਰਦੇ ਹਨ। ਦੇਖ ਕੇ ਬੜੀ ਖੁਸ਼ੀ ਹੋਈ ਕਿ ਸੰਗਤ ਦੀ ਸੇਵਾ ਵਿੱਚ ਕਿਸ ਤਰ੍ਹਾਂ ਰੁੱਝੇ ਫਿਰਦੇ ਹਨ। ਆਪ ਆਪਣੇ ਹੱਥੀਂ ਸੇਵਾ ਕਰ ਰਹੇ ਹਨ। ਕਿਸੇ ਹਲਵਾਈਆਂ ਨੂੰ ਲਿਆ ਕੇ ਸੇਵਾ ਨਹੀਂ ਕਰਾ ਰਹੇ, ਜਿਸ ਤਰ੍ਹਾਂ ਗੁਰਸਿੱਖ ਬਾਕੀ ਕਰਦੇ ਨੇ। ਹਲਵਾਈਆਂ ਤੋਂ ਨੰਗੇ ਸਿਰ ਹੁੰਦੇ ਨੇ ਹਲਵਾਈਆਂ ਦੇ, ਅਤੇ ਉਹ ਲੰਗਰ ਬਣਾ ਰਹੇ ਹੁੰਦੇ ਨੇ। ਸੋ ਮੇਰੇ ਵੀਰੋ, ਇੱਥੋਂ ਕੁਛ ਸਿੱਖ ਕੇ ਜਾਓ। ਇਹ ਸਾਹਿਬ ਜਿਸ ਨੂੰ ਨੇਕ ਕਲੰਕ ਕਲਕੀ ਅਵਤਾਰ 24 ਕਹਿੰਦੇ ਨੇ, ਉਹ ਲਲਕਾਰੇ ਮਾਰ ਕੇ ਸ੍ਰਿਸ਼ਟੀ ਦੇ ਉੱਤੇ ਕਹਿ ਕੇ ਗਿਆ, ਖਬਰਦਾਰੀ ਦਾ ਲਲਕਾਰਾ ਲੈਕਾਂ ਨਲੈਕਾਂ ਦਿਆਂ ਸਮਝਾਈਆ। ਪਾਤਸ਼ਾਹ ਨੇ ਕਿਹਾ, ਚਾਹੇ ਲੈਕ ਹੋ ਚਾਹੇ ਨਲੈਕ ਹੋ, ਇਹ ਸਮਝ ਆਓ। ਖਬਰਦਾਰੀ ਦਾ ਲਲਕਾਰਾ ਲੈਕਾਂ ਨਲੈਕਾਂ ਦਿਆਂ ਸਮਝਾਈਆ। ਦੁਨੀਆਦਾਰੋ ਆ ਗਿਆ 24ਵਾਂ ਅਵਤਾਰਾ, ਜਿਸ ਦਾ ਸਾਰੇ ਰਾਹ ਤਕਾਈਆ। ਇਸ ਤਰ੍ਹਾਂ ਪਾਤਸ਼ਾਹ ਨੇ ਲਲਕਾਰੇ ਮਾਰੇ ਮੇਰੇ ਵੀਰੋ, ਅਤੇ ਉਸ ਪਾਤਸ਼ਾਹ ਨੂੰ ਅਸੀਂ ਕਿਵੇਂ ਭੁੱਲ ਜਾਈਏ। ਪਾਤਸ਼ਾਹ ਅੱਗੇ ਕੀ ਕਹਿੰਦੇ ਹਨ ਹੋਰ ਸਮਝਾਉਣ ਲਈ, ਜਿਸ ਦਾ ਸੱਚਖੰਡ ਸਾਚੇ ਰਾਜ, ਜਿਸ ਦਾ ਸੱਚਖੰਡ ਸਾਚੇ ਰਾਜ, ਸ਼ਹਿਨਸ਼ਾਹ ਇੱਕੋ ਇੱਕ ਖਵਾਈਆ। ਉਹ ਕਰਤਾ ਹੋ ਕੇ ਕਰੇ ਆਪਣਾ ਕਾਜ, ਕਰਨੀ ਆਪਣੀ ਆਪ ਕਮਾਈਆ। ਨਮੋ ਨਮੋ ਕਰੋ ਉਸ ਮਹਾਰਾਜ, ਜਿਸ ਸਿਰ ਤਾਜ ਇੱਕੋ ਇੱਕ ਸਾਹੀ। ਉਸ ਨੂੰ ਨਮੋ ਨਮੋ ਕਰੋ, ਉਸਦੇ ਚਰਨਾਂ 'ਚ ਡੰਡਾਵਤ ਬੰਦਨਾ ਕਰੋ, ਜਿਸ ਸਿਰ ਤਾਜ ਇੱਕੋ ਇੱਕ ਸਾਹੀ ਆ। ਉਹ ਸਾਹਿਬ ਸੱਚੇ ਪਾਤਸ਼ਾਹ ਨੇ ਆਪਣਾ ਅਗੰਮੀ ਜਕਾਰਾ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ, ਜੋ ਬੂਟ ਸਿੰਘ ਦੇ ਗ੍ਰਹਿ ਪਾਤਸ਼ਾਹ ਨੇ 14 ਪੋਹ 2021 ਬਿਕਰਮੀ ਨੂੰ, ਉਹ ਸਾਡੇ ਵੀਰ ਨਿਰੰਜਨ ਸਿੰਘ ਨੇ ਆਪ ਨੂੰ ਸੁਣਾਇਆ। ਜਕਾਰੇ ਦਾ ਭਾਵ ਅਰਥ ਹਰ ਗੁਰਸਿੱਖ ਨੂੰ ਆਉਣਾ ਚਾਹੀਦਾ ਹੈ। ਜੇ ਕਿਸੇ ਨਾਲ ਗੱਲ ਕਰੀਏ ਦੂਸਰੇ ਬਾਹਰਲੇ ਗੁਰਸਿੱਖ ਨਾਲ, ਜੇ ਤੁਸੀਂ ਆਪਣੇ ਜਕਾਰੇ ਦਾ ਭਾਵ ਅਰਥ ਨਹੀਂ ਦੱਸ ਸਕਦੇ ਤਾਂ ਸਮਝੋ ਸਾਡੇ ਵਿੱਚ ਕੋਈ ਕਮੀ ਹੈ। ਜਕਾਰਾ ਕੀ ਹੈ? ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋ ਪਰਮਾਤਮਾ, ਜਿਸ ਤਰ੍ਹਾਂ ਬੂਟ ਸਿੰਘ ਦੇ 100 ਹਰਫ, 100 ਪੁਰਖ ਨਿਰੰਜਨ ਦਾ ਆਪਣਾ ਨਾਮ ਆ। ਉਸਨੇ ਕਿਹਾ, ਇਹ ਮੇਰਾ ਆਪਣਾ ਨਾਮ ਹੈ। ਹੰਗ 184 ਜੀਵ ਜੰਤ ਬ੍ਰਹਮ, ਇਹ ਮੇਰੀ ਆਪਣੀ ਉਤਪਤੀ ਹੈ। ਮੈਂ ਉਸ ਨੂੰ ਸਮਝਾਉਂਦਾ ਹਾਂ, ਆਪਣੀ ਉਤਪਤੀ ਨੂੰ, ਆਪਣੀ ਆਤਮਾ ਨੂੰ, ਆਪਣੇ ਬ੍ਰਹਮ ਨੂੰ ਮੈਂ ਸਮਝਾਉਂਦਾ ਹਾਂ। ਮੈਂ ਮਹਾਰਾਜ ਰਾਜਿਆਂ ਦਾ ਰਾਜਾ, ਸੱਚਖੰਡ ਨਿਵਾਸੀ ਸੱਚਾ ਸ਼ਹਿਨਸ਼ਾਹ ਹਾਂ। ਮੈਂ ਸ਼ੇਰਾਂ ਦਾ ਸ਼ੇਰ ਹੋ ਕੇ ਬਲਧਾਰੀ ਸਿੰਘ। ਇਸੇ ਲਈ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਮਹਾਬਲੀ ਨੇਕ ਕਲੰਕ ਹੋਏ ਉੱਤਰ ਸੀ ਮਹਾਬਲੀ ਅਵਤਾਰ। ਸ਼ੇਰਾਂ ਦਾ ਸ਼ੇਰ ਬਲਧਾਰੀ ਸਿੰਘ, अपना जोर प्रगटावा दूजा सानी नज़र कोई ना आईया।
मैं शेरां दा शेर वो हाँ। मैं विष्णु रूप हो के घर घर दर दर शब्दी सेव कमाਉਂਦਾ हाँ, भगतां दी सेवा करदा हाँ, उन्हां नूं रोजी रहिंदा हाँ, उन्हां दा रोजी रहिंदा, विष्णु दा भी देवते दा भी रोजी रहिंदा हाँ। मैं सब दा मालिक हाँ, सब नूं रोजियां देण वाला हाँ, ते मैं भगवान हाँ जो पहलां भी सी हुण भी है ते अगे भी मेरी होंद कायम है। जदों मैनूं याद करोगे प्रगट होवांगा साक्षात। प्रभु कह के गए, इसलिए मैं भगवान हाँ। प्रभु कहते हैं तुसीं मेरी ही जय जयकार करो। मेरे वीरो, तुहानूं उस पूर्ण परमेश्वर ने बड़ी अच्छी तरह समझाया कि कहते रहे, तुसीं पहला कहते रहे जदों 221 विक्रमी हो गई, 86 संमत एक चढ़न वाली हो गई, तो पातशाह ने कहा 86 संमत चढ़ गई, तो पातशाह ने कहा तुसीं 21 साल यही कहते रहे जोत हुंदी रही प्रवेश, और तुसीं यही कहते रहे जोत आंदी रही। जिसनों पिछे 21 साल कहते रहे जोत प्रवेश, सो हमेश डेरा लाई गया, सो हमेश डेरा लाई गया। जिस वेले कोई चाहे उस वेले ले वेख, वख्यान करन दी लोड़ रहे ना राईया। पुरख काल दीन दयाल जन भगतां अगे करके अपना आप पेशतर हुक्म सुनाईया। उसने पेशतर हुक्म सुना दिता, ਉਹ ਭਾਈ ਜੇ ਤੁਸੀਂ ਕਹਿੰਦੇ ਹੋ ਮੈਂ ਜੋਤ ਹਮੇਸ਼ਾ ਜੋਤ ਦਾ ਮਾਲਕ ਹੈ। ਇਸੇ ਕਰਕੇ ਪਾਤਸ਼ਾਹ ਨੇ ਜਦੋਂ ਵਿਦੇਸ਼ੀ ਟੂਰ ਤੇ ਗਏ, ਜੇਠੂਵਾਲ ਤੋਂ ਗਏ 22 ਹਾੜ 86 ਸੰਮਤ 8 ਨੂੰ, ਉਦੋਂ ਜਾਂਦੇ ਹੋਏ ਕੀ ਕਹਿ ਕੇ ਗਏ ਤੁਹਾਨੂੰ? ਜਿਸ ਨੂੰ ਸਭ ਨੇ ਕਿਹਾ ਅਮਾਮ ਅਮਾਮਾ ਕਲ ਕਲ ਕੀ ਨੇਕ ਕਲੰਕ ਨਿਰੰਕਾਰ ਨਿਰਵੈਰ ਇੱਕ ਖਵਾਈਆ, ਉਹ ਜਨ ਭਗਤਾਂ ਨਾਲ ਜਾਣ ਵਾਲਿਆਂ ਨੂੰ ਦੋਵੇਂ ਹੱਥ ਜੋੜ ਕੇ ਕਰੇ ਨਮਸਕਾਰ। ਜਿਸ ਨੂੰ ਸਭ ਨੇ ਕਿਹਾ ਨੇਕ ਕਲੰਕ ਕਲਕੀ ਅਵਤਾਰ ਅਮਾਮ ਅਮਾਮਾ ਨਿਰਵੈਰ ਨਿਰੰਕਾਰ, ਉਹ ਜਨ ਭਗਤਾਂ ਨਾਲ ਜਾਣ ਵਾਲਿਆਂ ਨੂੰ ਦੋਵੇਂ ਹੱਥ ਜੋੜ ਕੇ ਕਰੇ ਨਮਸਕਾਰ। ਵੱਡਿਆਂ ਛੋਟਿਆਂ ਸੀਸ ਨਵਾਈਆ। ਜਨ ਭਗਤੋ ਉਹ ਗੁਰਸਿੱਖੋ, ਗੁਰਸਿੱਖ ਨਾਲ ਕਰਨਾ ਪਿਆਰ, ਗੁਰਸਿੱਖ ਗੁਰਸਿੱਖ ਵਿੱਚ ਸਮਾਈਆ। ਅੱਜ ਤੋਂ ਪੂਰ ਨਹੀਂ, ਇਹ ਫਿਰ ਲਲਕਾਰਾ ਮਾਰਿਆ ਪਾਤਸ਼ਾਹ ਨੇ, ਅੱਜ ਤੋਂ ਪੂਰ ਨਹੀਂ ਪੂਰਨ ਸਮਝਣਾ 24 ਅਵਤਾਰ, 24 ਜਗਦੀਸ਼ਾ ਆਪਣਾ ਖੇਲ ਖਿਲਾਈਆ। ਇਹ ਕਿੱਡੀਆਂ ਕਿੱਡੀਆਂ ਗੱਲਾਂ ਸਮਝਾ ਕੇ ਗਏ ਪਾਤਸ਼ਾਹ। ਤੇ ਪਾਤਸ਼ਾਹ ਨੇ ਫਿਰ ਜਦੋਂ ਕਿਹਾ ਸੀ ਕਿ ਜੋਤ ਹਮੇਸ਼ਾ ਰਹਿੰਦੀ ਹੈ, ਫਿਰ ਕਿਹਾ ਅੱਗੇ ਤੋਂ ਕੋਈ ਨਾ ਕਿਹੋ, ਉਸੇ ਗ੍ਰੰਥ ਵਿੱਚ 18 ਨੰਬਰ ਗ੍ਰੰਥ ਵਿੱਚ, ਅੱਗੇ ਤੋਂ ਕੋਈ ਨਾ ਕਿਹੋ ਪੂਰਨ ਵਿੱਚ ਜੋਤ ਪ੍ਰਵੇਸ਼, ਪਰਮੇਸ਼ਵਰ ਆਪਣਾ ਰੂਪ ਲਿਆ ਬਦਲਾਈਆ। ਉਹ ਮੇਰੇ ਵੀਰੋ, ਆਪਾਂ ਕਹਿੰਦੇ ਹਾਂ ਪਾਤਸ਼ਾਹ ਨੇ ਆਪਣੇ ਹੁਕਮ ਦਿੱਤੇ ਨਿਰਗੁਣ ਜੋਤ ਕਾਲ ਪੁਰਖ ਦਾ ਕੇਵਲ ਇਸ਼ਟ ਮੰਨਣਾ, ਹਰ ਬਾਣੀ ਰਾਹੀਂ ਹੁਕਮ ਦਿੱਤੇ, ਤਾਂ ਆਪਾਂ ਹੁਕਮਾਂ ਨੂੰ ਭੁੱਲ ਕੇ ਆਪਾਂ ਹੁਕਮਾਂ ਨੂੰ ਆਪਣੀ ਮਨਮਤ ਨੂੰ ਅੱਗੇ ਲਿਆ ਕੇ ਹੁਕਮਾਂ ਨੂੰ ਪਰੇ ਕਰਦੇ ਹਾਂ। ਪਾਤਸ਼ਾਹ ਨੇ ਫਿਰ ਕੀ ਕਿਹਾ ਹੈ? ਜੰਮੂ ਜਾ ਕੇ ਲਿਖਤ ਲਿਖਾਈ, ਪ੍ਰੀਤ ਦੀ ਲਿਖਤ ਹੈ, ਬੜੀ ਅੱਛੀ ਲਿਖਤ ਹੈ 18 ਨੰਬਰ ਗ੍ਰੰਥ 'ਚ। ਪ੍ਰੀਤ ਕਹੇ ਜੋ ਪ੍ਰਭੂ ਦਾ ਬਚਨ ਭੁੱਲਿਆ, ਉਸ ਨੂੰ ਕਰਨਾ ਨਹੀਂ ਕਿਸੇ ਮੁਆਫ। ਸੋ ਦੇਖ ਲਓ ਮੇਰੇ ਵੀਰੋ, ਆਪਾਂ ਕੀ ਕਰ ਰਹੇ ਹਾਂ ਤੇ ਸਾਹਿਬ ਸਾਨੂੰ ਕੀ ਕਹਿ ਕੇ ਗਏ ਨੇ। ਆਪਾਂ ਉਸੇ ਬਣ ਕੇ ਉਸੇ ਨਾਲ ਹੀ ਉਸੇ ਹੀ ਹੋ ਜਾਈਏ। ਜਿਸ ਤਰ੍ਹਾਂ ਸਾਡੇ ਵੀਰ ਨਿਰੰਜਨ ਸਿੰਘ ਜੀ ਨੇ ਗੱਲ ਕੀਤੀ ਸੀ ਹੁਣੀ, ਕਿ ਨਿਰਗੁਣ ਦੀ ਨਿਰਗੁਣ ਨਾਲ ਗੱਲ ਹੋਈ। ਜੋ ਬੂਟ ਸਿੰਘ ਦੇ ਗੱਲ ਕੀਤੀ, ਬੂਟ ਸਿੰਘ ਦੇ ਘਰ ਪਾਤਸ਼ਾਹ ਗਏ, ਉੱਥੇ ਜਕਾਰੇ ਦਾ ਭਾਵ ਅਰਥ ਤਾਂ ਦੱਸਿਆ ਜੋ ਇਹਨਾਂ ਨੇ ਪੜ੍ਹ ਕੇ ਸੁਣਾਇਆ ਸਾਰਾ। ਅਤੇ ਉਸ ਤੋਂ ਪਹਿਲਾਂ ਬੂਟ ਸਿੰਘ ਦੇ ਘਰ ਫਿਰ ਪਹਿਲਾਂ ਗਏ ਸੀ, ਅਤੇ ਪਾਤਸ਼ਾਹ ਨੇ ਉੱਥੇ ਕੀ ਲਿਖਿਆ ਸੀ? ਜੋ ਮਾਲ ਚਰਾਏ ਧੰਨਾ, ਸੋ ਸਿੰਘ ਬੂਟ ਘਰ ਫੇਰਾ ਪਾਈਆ। ਸੋ ਮੇਰੇ ਵੀਰੋ, ਇਹ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਖੋਲ੍ਹੀ, ਜੋ ਅੱਜ ਲਿਖਤ ਥੋੜ੍ਹੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਇਹ ਗੋਬਿੰਦ ਪਾਤਸ਼ਾਹ ਅਤੇ ਪੁਰਖ ਅਕਾਲ ਦੀ ਗੱਲ ਹੈ। ਗੋਬਿੰਦ ਵੀ ਨਿਰਗੁਣ ਧਾਰ ਅਤੇ ਅਕਾਲ ਪੁਰਖ ਵੀ ਨਿਰਗੁਣ ਧਾਰ। ਗੋਬਿੰਦ ਪਾਤਸ਼ਾਹ ਨੂੰ ਅਕਾਲ ਪੁਰਖ ਕਹਿੰਦੇ ਹਨ, ਗੋਬਿੰਦ 250 ਸਾਲ ਢਈਆ ਤੇਰਾ ਪੂਰਾ ਹੋ ਗਿਆ ਹੈ, ਹੁਣ ਤੂੰ ਉੱਠ। ਸੱਚਖੰਡ ਦੇ ਵਿੱਚ ਤਾਂ ਗੋਬਿੰਦ ਪਾਤਸ਼ਾਹ ਉੱਠਦੇ ਹਨ ਅਤੇ ਅਕਾਲ ਪੁਰਖ ਨੂੰ ਦੱਸਦੇ ਹਨ ਕਿ ਮੈਂ 10ਵੇਂ ਜਾਮੇ ਵਿੱਚ ਆਪਣਾ ਇਸ ਤਰ੍ਹਾਂ ਖੇਡ ਕੀਤਾ, ਮੈਂ ਆਪਣੇ ਬੱਚੇ ਵੀ ਸ਼ਹੀਦ ਕਰ ਦਿੱਤੇ ਤੇਰੇ ਹੁਕਮ ਵਿੱਚ,
मैं अपने सिख भी शहीद कर दिते अपनी अखां दे सामने, अपने पुत्र भी शहीद कर दिते चमकौर दी गढ़ी विच तेरे सामने, पर हुण तू दस मेरे को की कार्य कराउणा है। तां अकाल पुरख कहंदे हन कि गोबिंद हुण आपां नूं मातलोक भी जाना है। क्यों जाना है? वो जेड़े तेरे सिख तेरे लिए सरसा दे विच शहीद हो गए, चमकौर दी गढ़ी विच शहीद हो गए, उन्हां नूं मान वडियाई देनी है। तो गोबिंद जद ही तैयार हो गया, क्योंकि गोबिंद नूं सिख प्यारे सी। सिख प्यारे मुझको पुत्रां नालों, गोबिंद पातशाह कहंदे ने मैं पुत्रां नालों सिख प्यारे कीते। तो जदों ये गल सुनी कि गोबिंद पातशाह नूं अकाल पुरख कहंदे तेरे सिखां नूं जो सरसे विच रुड़ गए, जो चमकौर दी गढ़ी विच शहीद हो गए, उन्हां नूं मैं अपने चरनां नाल जोड़ांगा, उन्हां नूं मान वडियाई देवांगा। तू संभल विच जाके अपना डेरा लाउणा है, मैं तेरे नाल होवांगा, हर वेले आपां इकट्ठे मातलोक विच खेड करांगे। तां गोबिंद पातशाह ये गल जदों सुणदे ने तां वो खुश हो जाते हैं कि मैं अपने सिखां नूं मान वडियाई मेरा पुरख अकाल देवेगा। हुण गोबिंद पातशाह की गल सुन ली, जदों मन गए की कहंदे ने, शब्द सुत कहे मैं जावांगा, तेरा लख लख शुक्र मनावांगा, न्यों न्यों सजदा सीर झुकावांगा। ये बाणी तुहानूं भेव दसेगी कि गोबिंद कौन सी, अकाल पुरख कौन सी। जिहड़ा साडे वीर निरंजन सिंह ने दस्सिया शब्द गोबिंद ते अकाल पुरख विच भेव कोई नहीं, पर इत्थे भेव तुहानूं सारे समझा रहे हैं पातशाह। न्यों न्यों सजदा सीर झुकावांगा, दोए जोड़ कर बंदना तेरा नाम ध्यावांगा। मैं तेरे चरणों च दोवें बंदना करांगा, ब्रह्मंड खंड तजावांगा, लोआं पुरियां चरनां हेठ रखावांगा, लख 84 नाता तोड़ तड़ावांगा। तेरे भगतां अंदर बड़ बड़, तेरे गोबिंद पातशाह कह रहे तेरे भगतां अंदर बड़ बड़ तेरा ढोला गावांगा, तेरे भगतां अंदर बड़ बड़ तेरा ढोला गावांगा। साचा मंदिर एक विखावांगा, नूरो नूर डग मगावांगा। पिछले कीते कसूर, पिछले कीते कसूर सर्व बख्शावांगा। जे मेरे कोलों भी कसूर हो गए, गोबिंद पातशाह कहते हैं जे मेरे सिखां कोलों भी हो गए पातशाह मैं तेरे कोलों बख्शावांगा। अगे की कहते हैं, पुत्रां मावां नाल मिलावांगा, इको नाम जपावांगा, सोहंग ढोला सुनावांगा, जुग जुग बिछड़े मेल मिलावांगा, कागों हंस बनावांगा, कागों हंस बनावांगा। साची चोक चगावांगा, फड़ बाहों गले लगावांगा, दर तेरे ते फड़ के लियावांगा, दर तेरे ते फड़ के लियावांगा। थिर कर दोबारा पातशाह गोबिंद पातशाह का कित्थे है? थिर कर सचखंड दे विच अकाल पुरख के चरण थिर घर विच आउंदे हन। थिर घर च गोबिंद पातशाह है, शब्द गोबिंद। अगे की कहते हैं, इत्थे थोड़ी लाइट जी पैंदी है, लाइट नाल इहदा थोड़ा डिम हो जाता। सो सच्चे पातशाह की गल करते हैं। तेरा दर्श आप करावांगा, पुरख काल तेनू मिलावांगा, फिर गोबिंद गुर खवावांगा, फिर मैं गोबिंद गुर खवावांगा जदों तेनू तेरे भगतां नू तेरे सिखां नू तेरे नाल मिलावांगा। अपनी कलगी तेरी भेंट चढ़ावांगा, तेरा ताज वेख खुशी मनावांगा। ये मेरे वीरो जिहड़े कहंदे ने शायद सच्चे पातशाह नूं कहंदे ने, उन्हां लई ये हरबाणी है कि जिहड़े कहंदे ने गोबिंद सी। गोबिंद की कह रहा है, इस ध्यान नाल सुन लो। अपनी कलगी तेरी भेंट चढ़ावांगा, तेरा ताज वेख खुशी मनावांगा। तू मेरा मैं तेरा इको राग लावांगा, दो जहाना बन जवाना तेरा हुक्म सुनावांगा। दो जहाना दे उत्ते मैं तेरा हुक्म दा डांका बजा देवांगा। जो ना मन्ने, फिर इत्थे गल, जो ना मन्ने अंतम भन विखावांगा, जो ना मन्ने अंतम भन विखावांगा। खाकी खाक रलावांगा, शाह सुल्ताना तख्त गवावांगा। उन्होंने तख्त गवा दांगा, तख्तों तो ला देवांगा उन्होंने। वर्ण इको रंग चढ़ावांगा,
ਅੰਮ੍ਰਿਤ ਜਾਮ ਪਿਆਵਾਂਗਾ, ਸੁੱਕੇ ਹਰੇ ਕਰਾਵਾਂਗਾ, ਜੁਗ ਵਿਛੜੇ ਮੇਲ ਮਿਲਾਵਾਂਗਾ। ਨਾਤਾ ਜੋ ਭਰਾਵਾਂ ਦਾ, ਨਾਤਾ ਜੋ ਭਰਾਵਾਂ ਦਾ ਹਰ ਸੰਗਤ ਰੂਪ ਬਣਾਵਾਂਗਾ। ਨਾਤਾ ਜੋ ਭਰਾਵਾਂ ਦਾ ਹਰ ਸੰਗਤ ਰੂਪ ਬਣਾਵਾਂਗਾ। ਫਿਰ ਦਰ ਤੇ ਖੁਸ਼ੀ ਮਨਾਵਾਂਗਾ, ਆ ਕੇ ਦਰਸ਼ਨ ਪਾਵਾਂਗਾ। ਪੁਰਖ ਅਕਾਲ ਤੇਰਾ ਜਸ ਗਾਵਾਂਗਾ। ਗੋਬਿੰਦ ਪਾਤਸ਼ਾਹ ਕਹਿ ਰਹੇ ਨੇ, ਗੁਰਸਿੱਖ ਤੇਰੀ ਚਰਨੀ ਪਾਵਾਂਗਾ, ਅੱਗੇ ਹੋ ਕੇ ਤਿਲਕ ਲਗਾਵਾਂਗਾ। ਗੁਰਸਿੱਖਾਂ ਦੇ ਅੱਗੇ ਹੋ ਕੇ ਮੈਂ ਉਹਨਾਂ ਨੂੰ ਤਿਲਕ ਲਾ। ਜੇ ਤੂੰ ਸੁੱਤਾ, ਹੁਣ ਗੋਬਿੰਦ ਕਹਿ ਰਿਹਾ ਹੈ, ਕਿਉਂਕਿ ਗੋਬਿੰਦ ਨੂੰ ਕਹਿ ਰਿਹਾ ਸੀ ਸੁੱਤੇ ਉੱਠ, ਗੋਬਿੰਦ ਹੁਣ ਜਾਗ ਗਿਆ। ਜੇ ਤੂੰ ਸੁੱਤਾ ਮੈਂ ਉਠਾਵਾਂਗਾ, ਜੋ ਰੁੱਸੇ ਤੇ ਫੇਰ ਮਨਾਵਾਂਗਾ। ਜੇ ਰੁੱਸੇ ਤੇ ਫਿਰ ਤੈਨੂੰ ਮੈਂ ਮਨਾਉਂਗਾ। ਜੇ ਪੁੱਛੇ ਤੇ ਹਾਲ ਸੁਣਾਵਾਂਗਾ, ਤੇਰੇ ਉੱਤੋਂ ਹੋ ਕੁਰਬਾਨ ਆਪਣਾ ਆਪ ਮਟਾਵਾਂਗਾ। ਬੱਚੇ ਨੀਹਾਂ ਹੇਠ ਰਖਾਵਾਂਗਾ। ਚਾਹੇ ਉੱਥੇ ਵੀ ਰਖਾਏ, ਹੁਣ ਭਗਤ ਦਵਾਰ ਬਣਾਉਣ ਲਈ ਬੱਚੇ ਨੀਹਾਂ ਹੇਠ ਰਖਾਵਾਂਗਾ। ਉੱਤੇ ਧਰਮ ਨਿਸ਼ਾਨ, ਉੱਤੇ ਧਰਮ ਨਿਸ਼ਾਨ ਚਲਾਵਾਂਗਾ। ਭਗਤ ਦੁਆਰਾ ਇੱਕ ਸਹਾਵਾਂਗਾ, ਸਤਯੁਗ ਦਾ ਰੰਗ ਵਿਖਾਵਾਂਗਾ। ਉੱਤੇ ਬਹਿ ਕੇ ਆਸਣ ਲਾਵਾਂਗਾ। ਰਾਜ ਰਜਾਨਾ ਸਾਧ ਸੁਲਤਾਨਾ ਚਰਨੀ, ਰਾਜ ਰਜਾਨਾ ਸ਼ਾਹ ਸੁਲਤਾਨਾ ਚਰਨੀ ਢਾਵਾਂਗਾ। ਆਪਾਂ ਤਾਂ ਕਿਹਦੇ ਹਾਂ? ਉਹ ਤਾਂ ਕਹਿੰਦਾ ਮੈਂ ਰਾਜੇ ਸ਼ਾਹ ਸੁਲਤਾਨਾਂ ਨੂੰ ਆਪਣੇ ਚਰਨਾਂ 'ਚ ਢਾ ਦੇਵਾਂਗਾ। ਸੋ ਮੇਰੇ ਵੀਰੋ, ਆਪਾਂ ਦੇਖੋ ਕਿ ਆਪਾਂ ਉਸੇ ਹੋ ਬਣ ਕੇ ਰਹੀਏ। 9 ਖੰਡ ਪ੍ਰਿਥਵੀ ਇੱਕੋ ਹੁਕਮ ਮਨਾਵਾਂਗਾ, 7 ਦੀਪਾਂ ਰਾਹੇ ਪਾਵਾਂਗਾ, 7 ਰੰਗ ਨਿਸ਼ਾਨ ਚਲਾਵਾਂਗਾ। ਇੱਥੇ ਫਿਰ ਕੀ ਕਿਹਾ? ਸੰਭਲ ਸਹਾਵਾਂਗਾ, ਮੈਂ ਸੰਭਲ ਦੇ ਵਿੱਚ ਸਹਾਵਾਂਗਾ। ਗੋਬਿੰਦ ਨਾਂ ਧਰਾਵਾਂਗਾ, ਪੁਰਖ ਅਕਾਲ ਮਨਾਵਾਂਗਾ, ਅਟਲ ਧਾਮ ਬਣਾਵਾਂਗਾ। 4 ਯੁਗ ਰਸ਼ਨਾਵਾਂਗਾ, ਉਹ 36 ਰਾਗ ਸੁਣਾਵਾਂਗਾ। 36 ਰਾਗ ਸੁਣਾ ਦੂੰਗਾ ਮੈਂ, 36 ਯੁਗਾਂ ਨੂੰ ਵੀ ਸੁਣਾ ਦਾਂਗਾ। 36 ਯੁਗਾਂ ਨੂੰ ਕੋਟਨ ਯੁਗ ਮਨਾਵਾਂਗਾ। ਜੇ ਸੱਦੇ, ਜੇ ਸੱਦੇ ਫਿਰ ਆਵਾਂਗਾ। ਗੋਬਿੰਦ ਕਿਹਾ ਫਿਰ ਜੇ ਫਿਰ ਮੈਨੂੰ ਸੱਦੇ ਫਿਰ ਵੀ ਆਊਂਗਾ ਮੈਂ। ਜੇ ਸੱਦੇ ਫਿਰ ਘਰ ਆਵਾਂਗਾ, ਆ ਕੇ ਫਿਰ ਮਾਤ ਲੋਕ ਵਿੱਚ ਜਾਵਾਂਗਾ। ਜੋ ਵਿਛੜੇ ਮੇਲ, ਜੋ ਵਿਛੜੇ ਮੇਲ ਮਿਲਾਵਾਂਗਾ। ਪਹਿਲੀ ਚੇਤਰ ਚੌਥੀ ਮੰਜ਼ਿਲ ਚੜ੍ਹ ਕੇ ਤੇਰਾ ਹੁਕਮ ਮਨਾਵਾਂਗਾ। ਚੌਥੀ ਮੰਜ਼ਿਲ ਦੀ ਗੱਲ, ਚੌਥੀ ਮੰਜ਼ਿਲ ਤੇ ਚੜ੍ਹ ਕੇ ਪਾਤਸ਼ਾਹ ਨੇ ਲਲਕਾਰੇ ਮਾਰੇ। ਪਹਿਲੀ ਚੇਤਰ ਚੌਥੀ ਮੰਜ਼ਿਲ ਤੇ ਚੜ੍ਹ ਕੇ ਤੇਰਾ ਹੁਕਮ ਮਨਾਵਾਂਗਾ। ਜੋਤੀ ਜੋਤ ਸਰੂਪ ਰੱਬ ਆਪਣੀ ਕਿਰਪਾ ਕਰ, ਇੱਕੋ ਦੇਣਾ ਆਪਣਾ ਵਾਧੂ ਜੀ ਆਸ ਨਾ ਕੋਈ ਰਖਾਵਾਂਗਾ। ਹੁਣ ਅੱਗੇ ਥੋੜ੍ਹੀਆਂ ਲਾਈਨਾਂ ਹੋਰ ਗੋਬਿੰਦ ਪਾਤਸ਼ਾਹ ਜੀ ਚੱਲ ਰਹੀ ਹੈ ਗੱਲ, ਬੜੀ ਸੁੰਦਰ ਬਾਣੀ ਗੋਬਿੰਦ ਪਾਤਸ਼ਾਹ ਇਸ ਵੇਲੇ ਬੋਲ ਰਹੇ ਅਕਾਲ ਪੁਰਖ ਦੀ ਸਿਫਤ। ਪੁਰਖ ਅਕਾਲ ਤੇਰਾ ਸੁੱਤ ਅਖਵਾਵਾਂਗਾ, ਤੇਰਾ ਸੁੱਤ ਅਖਵਾਵਾਂਗਾ। ਵਿਨਾਸ਼ੀ ਚੁੱਤ ਤੇਰਾ ਰਾਹ ਚਲਾਵਾਂਗਾ। ਨਿਰਗੁਣ ਧਾਰੋਂ ਉੱਠ, ਉੱਠ ਉੱਠ ਸੇਵ ਕਮਾਵਾਂਗਾ। ਨਿਰਗੁਣ ਧਾਰੋਂ ਉੱਠ, ਗੋਬਿੰਦ ਨਿਰਗੁਣ ਧਾਰੋਂ ਉੱਠਿਆ। ਤੇ ਪਾਤਸ਼ਾਹ ਨੂੰ ਤੁਸੀਂ ਨੇਕ ਕਹਿਣ ਦੀ ਬਜਾਏ ਆਪਣੇ ਪਿਤਾ ਨੂੰ ਨਹੀਂ ਪਹਿਚਾਣਦੇ। ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਇੱਕ ਪੁੱਤ ਆਪਣੇ ਪਿਤਾ ਨੂੰ ਨਾ ਪਹਿਚਾਣੇ, ਆਪਣੇ ਪਿਤਾ ਨੂੰ ਕਹੀ ਜਾਵੇ ਸ਼ਬਦ ਸੁੱਤ ਹੈ, ਸ਼ਬਦ ਸੁੱਤ ਹੈ, ਤੇ ਉਹ ਕਹੇ ਮੈਂ ਨੇਕ ਕਲੰਕਾਂ, ਮੈਂ ਨੇਕ ਕਲੰਕਾਂ। ਪਿਤਾ ਕਹੇ ਮੈਂ ਨੇਕ ਕਲੰਕਾਂ, ਪੁੱਤ ਕਹੀ ਜਾਵੇ ਤੂੰ ਸ਼ਬਦ ਸੁੱਤਾਂ। ਤਾਂ ਕੌਣ ਆ? ਕੌਣ ਦੋਨਾਂ ਚੋਂ ਲਾਇਕ ਨਲਾਇਕ ਕੌਣ ਹੋਇਆ? ਪੁੱਤ ਹੋ ਗਿਆ ਨਲਾਇਕ। ਪਾਤਸ਼ਾਹ ਬਾਪ ਜਿਹੜਾ ਕਹਿ ਰਿਹਾ ਮੈਂ ਨੇਕ ਕਲਕੀ ਅਵਤਾਰ, ਅੱਜ ਤੋਂ ਪੂਰਨ ਹੀ ਪੂਰਨ ਸਮਝਣਾ 24 ਅਵਤਾਰ 24 ਸੱਜ ਦਿਸ਼ਾ ਆਪਣਾ ਖੇਲ। ਤੇ ਫਿਰ ਦੇਖੋ ਹੁਣ ਇੱਥੇ ਫਿਰ ਕੀ ਕਹਿੰਦਾ? ਨਿਰਗੁਣ ਧਾਰੋਂ ਉੱਠ, ਉੱਠ ਉੱਠ ਸੇਵ ਕਮਾਵਾਂਗਾ। ਗੁਰਸਿੱਖਾਂ ਉੱਪਰ ਟੁੱਟ ਆਪਣੇ ਰੰਗ ਰੰਗਾਵਾਂਗਾ। ਬੰਸ ਸਰਵੰਸ ਲਵਾਂ ਪੁੱਛ, ਸਾਰੇ ਉਹਨਾਂ ਦੇ ਪਿਛਲੇ ਬੰਸ ਸਰਵੰਸ ਨੂੰ ਵੀ ਪੁੱਛ ਲਵਾਂਗਾ। ਵਿਛੜੇ ਜੋੜ ਜਲਾਵਾਂਗਾ। ਆਪਣੇ ਹੱਥ ਨਾ ਰੱਖਾਂ ਕੁਛ, ਆਪਣੇ ਹੱਥ ਨਾ ਰੱਖਾਂ ਕੁਛ। ਤੇਰਾ ਭਗਤਾਂ ਸਰਬ ਕੁਛ ਫੜਾਵਾਂਗਾ, ਤੇਰਾ ਭਗਤਾਂ ਸਰਬ ਕੁਛ ਫੜਾਵਾਂਗਾ। ਤੇਥੋਂ ਨਹੀਂ ਕੁਛ ਲੁਕ, ਪਰਦਾ ਓਲਾ ਆਪ ਠਾਵਾਂਗਾ। ਕਲਯੁਗ ਪੈਂਡਾ ਜਾਏ ਮੁੱਕ, ਸਤਯੁਗ ਸਾਚਾ ਰਾਹ ਚਲਾਵਾਂਗਾ। ਗੁਰਮੁਖਾਂ ਨੇਤਰਾਂ ਨਾਲ ਵਿਖਾਵਾਂਗਾ। ਜਿਸ ਤਰ੍ਹਾਂ ਸਾਡੇ ਵੀਰ ਨੇ ਕਿਹਾ, ਗੁਰਮੁਖਾਂ ਨੇਤਰਾਂ ਨਾਲ ਵਿਖਾਵਾਂਗਾ। ਕਿਤੇ ਇਹ ਨਹੀਂ ਕਿਹਾ ਸਾਨੂੰ ਨਜ਼ਰ ਹੀ ਨਹੀਂ ਆਇਆ। ਗੀਤ ਗੋਬਿੰਦ ਸੋਹੰਗ ਢੋਲਾ ਸੱਚ ਸੁਣਾਵਾਂਗਾ। ਇਸ਼ਟ ਗੁਰਦੇਵ ਆਤਮ ਰਾਹ ਦਰਸਾਵਾਂਗਾ। ਜਗਤ ਵਿਚੋਲਾ ਬਣ ਕੇ ਆਵਾਂਗਾ। ਜੋਤੀ ਜੋਤ ਸਰੂਪ ਰੱਬ ਆਪਣੀ ਕਿਰਪਾ ਕਰ, ਇੱਕ ਦਿਨ ਸਾਚਾ ਵਰ ਤੇਰਾ ਨਾਮ ਧਿਆਵਾਂਗਾ। ਤੇਰਾ ਨਾਮ ਧਿਆਵਾਂਗਾ। ਭਗਤ ਭਗਵਾਨ ਹਰੀ ਗੁਣ ਗਾਵਾਂਗਾ। ਮੈਂ ਭਗਤਾਂ ਤੋਂ ਵੀ ਤੇ ਮੈਂ ਤੇਰੇ ਭਗਵਾਨ ਗੁਣ ਗਾਵਾਂਗਾ। ਸਾਚੀ ਰੀਤ ਚਲਾਵਾਂਗਾ। ਮੰਦਰ ਮਸੀਤ, ਇੱਥੇ ਪਾਤਸ਼ਾਹ ਨੇ ਬੜਾ ਸਖਤ ਸ਼ਬਦ ਵਰਤਿਆ ਹੈ। ਇਸ ਨੂੰ ਕੋਈ ਆਪਣੇ ਦਿਲ ਨੂੰ ਨਾ ਲਵੇ, ਕਿਉਂਕਿ ਪਾਤਸ਼ਾਹ ਨੇ ਜੋ ਖੇਡ ਕਰਨਾ ਉਹ ਕਰਨਾ ਹੈ।
ਮੰਦਰ ਮਸੀਤ ਢਾਵਾਂਗਾ, ਮੰਦਰ ਮਸੀਤ ਢਾਵਾਂਗਾ, ਸ਼ਿਵ ਦੁਆਲੇ ਪੰਧ ਮਕਾਵਾਂਗਾ, ਤੀਰਥ ਤੱਟਾਂ ਖਾਕ ਮਿਲਾਵਾਂਗਾ, ਜਨ ਭਗਤਾਂ ਆਪ ਉਠਾਵਾਂਗਾ, ਅੰਦਰ ਵੜ ਕੇ ਹਾਲ ਸੁਣਾਵਾਂਗਾ, ਬਜਰ ਕਪਾਟੀ ਤੋੜ ਤੜਾਵਾਂਗਾ, ਆਤਮ ਜੋਤੀ ਜੋਤ ਜਗਾਵਾਂਗਾ, ਸੁਰਤੀ ਸੋਤੀ ਆਪ ਉਠਾਵਾਂਗਾ, ਸ਼ਬਦ ਨਾਦੀ ਨਾਦ ਵਜਾਵਾਂਗਾ, ਬੋਧ ਅਗਾਦੀ ਭੇਵ ਖਿਲਾਵਾਂਗਾ, ਬਿਸਮਾਦੀ ਬਿਸਮਾਦ ਹੋ ਜਾਵਾਂਗਾ। ਬਿਸਮਾਦੀ ਤੁਹਾਡੇ ਵਿੱਚ ਹੀ ਰਲ ਜਾਂਦਾ, ਬਿਸਮਾਦੀ ਬਿਸਮਾਦ ਹੋ ਜਾਵਾਂਗਾ, ਤੇਰੇ ਨਾਲ ਸ਼ਾਦੀ, ਇੱਥੇ ਕੀ ਕਹਿੰਦੇ ਗੋਬਿੰਦ, ਤੇਰੇ ਨਾਲ ਸ਼ਾਦੀ ਸਭ ਦੀ ਆਪ ਕਰਾਵਾਂਗਾ। ਤਾਈਓ ਦਿੱਤੇ ਛੁਆਰੇ ਤੁਹਾਨੂੰ, ਤੇਰੇ ਨਾਲ ਸ਼ਾਦੀ ਸਭ ਦੀ ਆਪ ਕਰਾਵਾਂਗਾ, ਕੰਤ ਕੰਤੂਲ ਇੱਕ ਵਿਖਾਵਾਂਗਾ, ਸਾਚੀ ਸੇਜਾ ਫੂਲ ਵਰਸਾਵਾਂਗਾ, ਪਿਆ ਪ੍ਰੀਤਮ ਇੱਕ ਮਨਾਵਾਂਗਾ, ਗਲ ਬੱਕੜੀ ਘੁੱਟ ਕੇ ਪਾਵਾਂਗਾ, ਗਲ ਬੱਕੜੀ ਘੁੱਟ ਕੇ ਪਾਵਾਂਗਾ। ਤੁਸੀਂ ਵੀ ਪਾਓ ਗਲ ਬੱਕੜੀ ਆਪਣੇ ਸਤਿਗੁਰ ਦੇ ਚਰਨਾਂ 'ਚ ਜਾ ਕੇ ਗਲ ਬੱਕੜੀ ਘੁੱਟ ਕੇ ਪਾਓ। ਗੋਬਿੰਦ ਫਿਰ ਗੋਬਿੰਦ ਪਾਸ਼ਾ ਜਦੋਂ ਮੈਂ ਤੈਨੂੰ ਗਲ ਬੱਕੜੀ ਘੁੱਟ ਕੇ ਪਾ ਲਵਾਂ, ਗੋਬਿੰਦ ਫਿਰ ਆਪਣਾ ਨਾਮ ਦਰਸਾਵਾਂਗਾ। ਜੋਤੀ ਜੋਤ ਸਰੂਪ ਪਰ ਆਪ ਆਪਣੀ ਕਿਰਪਾ ਕਰ, ਇੱਕ ਦਿਨ ਸਾਚਾ ਵਰ ਤੇਰਿਆਂ ਸਿੱਖਾਂ ਤੇਰੇ ਨਾਲ ਮਿਲਾਵਾਂਗਾ, ਤੇਰਿਆਂ ਸਿੱਖਾਂ ਤੇਰੇ ਨਾਲ ਮਿਲਾਵਾਂਗਾ, ਤੇਰੇ ਨਾਲ ਮਿਲਾਊਂਗਾ, ਸਾਚੀ ਸੇਵ ਕਮਾਊਂਗਾ, ਘਰ ਘਰ ਫੇਰਾ ਪਾਊਂਗਾ, ਨਿਰਗੁਣ ਸਰਗੁਣ ਰੂਪ ਬਟਾਊਂਗਾ, ਬਿਨ ਤੇਰਿਆਂ ਭਗਤਾਂ ਨਜ਼ਰ ਕਿਸੇ ਨਾ ਆਊਂਗਾ, ਬਿਨ ਤੇਰਿਆਂ ਭਗਤਾਂ ਨਜ਼ਰ ਕਿਸੇ ਨਾ ਆਊਂਗਾ। ਪਰ ਭਗਤਾਂ ਨੂੰ ਜੇ ਨਜ਼ਰ ਵੀ ਆਇਆ, ਸਨਮੁਖ ਹੋ ਕੇ ਨਜ਼ਰ ਵੀ ਆਇਆ, ਦਰਸ਼ ਵੀ ਦਿੱਤੇ, ਤੇ ਫਿਰ ਪਾਤਸ਼ਾਹ ਨੇ ਕੀ ਕਿਹਾ ਉਹਨਾਂ ਨੂੰ, ਕਿਤੇ ਅੱਖੀਂ ਵੇਖ ਕੇ ਨਾ ਹੋ ਜਾਇਓ ਅੰਨੇ, ਘਰ ਘਰ ਫੇਰਾ ਪਾਊਂਗਾ, ਨਿਰਗੁਣ ਸਰਗੁਣ ਰੂਪ ਬਟਾਊਂਗਾ, ਬਿਨ ਤੇਰਿਆਂ ਭਗਤਾਂ ਨਜ਼ਰ ਕਿਸੇ ਨਾ ਆਊਂਗਾ, ਉੱਚੇ ਟਿਲੇ ਪਰਬਤ ਚੋਟੀਆਂ ਚਰਨਾਂ ਹੇਠ ਰਖਾਊਂਗਾ, ਉੱਚੇ ਟਿਲੇ ਪਰਬਤ ਚੋਟੀਆਂ ਚਰਨਾਂ ਹੇਠ ਰਖਾਊਂਗਾ, ਜਲ ਥਲ ਸਗਾ ਡੂੰਘੀ ਕੰਦਰ ਵੇਖ ਵਿਖਾਊਂਗਾ, ਤੇਰਿਆਂ ਸੰਤਾਂ ਸੁੱਤਿਆਂ ਆਪ ਉਠਾਊਂਗਾ, ਜੁਗ ਜਨਮਦਿਆਂ ਰੁੱਠਿਆਂ ਫੜ ਮਨਾਊਂਗਾ, ਓਲੇ ਲੁਕਿਆਂ ਗੁੱਠਿਆਂ ਫੜ ਹਿਲਾਊਂਗਾ, ਓਲੇ ਲੁਕਿਆਂ ਗੁੱਠਿਆਂ ਫੜ ਹਿਲਾਊਂਗਾ, ਜਿਨ੍ਹਾਂ ਖਾਧਾ ਕੁੱਠਿਆ, ਪਹਿਲਾਂ ਤਾਂ ਲੁਕਿਆ ਹੋਇਆਂ ਨੂੰ ਹਿਲਾਊਂਗਾ, ਜਿਹੜੇ ਤੇਰੇ ਹੋਣਗੇ ਉਹਨਾਂ ਨੂੰ ਹਿਲਾਊਂਗਾ, ਜਿਨ੍ਹਾਂ ਖਾਧਾ ਕੁੱਠਿਆ ਸਭ ਦਾ ਸੀਸ ਕਟਾਊਂਗਾ, ਜਿਨ੍ਹਾਂ ਖਾਧਾ ਕੁੱਠਿਆ, ਜੇ ਕਿਸੇ ਮਾਸ ਦਾ ਸੇਵਨ ਕਰਦਾ ਹੈ ਕੋਈ ਵੀ, ਉਹਨਾਂ ਦਾ ਪਰਵ ਕਹਿੰਦੇ ਸਭ ਦਾ ਸੀਸ ਕਟਾਊਂਗਾ, ਜੋਤੀ ਜੋ ਸਰੂਪ ਪਰ ਆਪ ਆਪਣੀ ਕਿਰਪਾ ਕਰ, ਇੱਕ ਦਿਨ ਸਾਚਾ ਵਰ ਤੇਰਾ ਡਾਂਕਾ ਨਾਮ ਵਜਾਊਂਗਾ। ਇਹ ਹਰ ਬਾਣੀ ਅੱਗੇ ਚੱਲਦੀ ਹੈ, 13 ਨੰਬਰ ਗ੍ਰੰਥ ਦੀ ਬਾਣੀ ਹੈ, ਪੜ੍ਹਨੀ ਹੋ ਪੜ੍ਹ ਲਓ, ਅਤੇ ਜਦੋਂ ਬਾਣੀ ਪੜ੍ਹੋਗੇ ਉਸ ਵੇਲੇ ਗਦਗਦ ਹੋ ਜਾਓਗੇ ਕਿ ਗੋਬਿੰਦ ਪਾਤਸ਼ਾਹ ਅਕਾਲ ਪੁਰਖ ਵਾਲੇ ਕੀ ਕਹਿ ਰਹੇ ਨੇ, ਅਤੇ ਪਾਤਸ਼ਾਹ ਨੇ ਵੀ ਕੀ ਕਿਹਾ ਸੀ, ਕਿਤੇ ਸ਼ਬਦ ਗੁਰਦੇਵ ਵੀ ਕਹੀ ਜਾਓ, ਸ਼ਬਦ ਗੁਰਦੇਵ ਵੀ ਕਹੀ ਜਾਓ। ਪਾਤਸ਼ਾਹ ਨੇ ਕਿਹਾ, ਪੁਰਖ ਕਾਲ ਕਹੇ ਜਨ ਭਗਤੋ ਥੋੜਾ ਦਿਆਂ ਸਮਝਾਈਆ, ਥੋੜਾ ਦਿਆਂ ਸਮਝਾਈਆ, ਮੈਂ ਗੋਬਿੰਦ ਨੂੰ ਬਣਾ ਕੇ ਆਪਣਾ ਮੁਖਤਿਆਰ, ਹੱਕ ਉਸਦੇ ਕੋਲ ਫੜਾਈਆ, ਜਿਸ ਦਾ ਪਹਿਲੋਂ ਤੁਹਾਨੂੰ ਕਰਨਾ ਪਏ ਦੀਦਾਰ, ਫੇਰ ਉਸਦੇ ਵਿੱਚੋਂ ਮੇਰਾ ਨੂਰ ਨਜ਼ਰੀ ਆਈਆ। ਉਹ ਸੱਜਣਾਂ ਦਾ ਸੱਜਣ, ਯਾਰਾਂ ਦਾ ਯਾਰ, ਮਿੱਤਰਾਂ ਦਾ ਮਿੱਤਰ ਨਜ਼ਰੀ ਆਈਆ, ਉਹ ਕੁਦਰਤਾਂ ਦਾ ਕਾਦਰ, ਪੈਗੰਬਰਾਂ ਦਾ ਸਰਦਾਰ, ਸੱਚਾ ਸ਼ਹਿਨਸ਼ਾਹੀ ਆ। ਅਕਾਲ ਪੁਰਖ ਨੇ ਕਿਹਾ ਗੋਬਿੰਦ ਉਹਦੇ ਵਿੱਚੋਂ ਮੇਰਾ ਨੂਰ ਨਜ਼ਰੀ ਆਊਗਾ, ਅਸੀਂ ਦੋਵੇਂ ਇੱਕੋ ਹੀ ਹੋਵਾਂਗੇ। ਉਹ ਸੱਜਣਾਂ ਦਾ ਸੱਜਣ, ਉਹ ਪੈਗੰਬਰਾਂ ਦਾ ਅਵਤਾਰਾਂ ਦਾ ਅਵਤਾਰ, ਪੈਗੰਬਰਾਂ ਦਾ ਸਰਦਾਰ, ਸੱਚਾ ਸ਼ਹਿਨਸ਼ਾਹੀ ਹੈ। ਸੋ ਮੇਰੇ ਵੀਰੋ, ਇਸ ਤਰ੍ਹਾਂ ਗੋਬਿੰਦ ਤੇ ਪੁਰਖ ਅਕਾਲ ਨੇ ਖੇਡ ਕੀਤੀ ਹੈ, ਅਲੱਗ ਅਲੱਗ ਕਰਕੇ ਨਹੀਂ ਵੇਖ ਸਕਦੇ, ਦੁਨੇ ਇੱਕੋ ਹੀ ਨੇ, ਦੁਨੇ ਇੱਕੋ ਨੇ। ਦੁਨਾਂ ਨੇ ਸੰਭਲ ਦੇ ਵਿੱਚ ਪ੍ਰਗਟ ਹੋ ਕੇ ਆਪਣੀ ਡੰਕ ਵਜਾਈ, ਮਾਸ ਲੋਕ ਵਿੱਚ ਆ ਕੇ ਦੁਨੀਆ ਵਾਲਿਆਂ ਨੂੰ ਦੱਸਿਆ, ਧਰਮ ਸਟੇਜ ਤੇ ਪੁਰਖ ਅਕਾਲ ਵੇਖੋ ਪ੍ਰਤੱਖ, ਲੁਕਿਆ ਰਹਿਣ ਕੋਈ ਨਾ ਪਾਈਆ। ਸੋ ਸਾਹਿਬ ਸੱਚੇ ਪਾਤਸ਼ਾਹ ਦੀ ਸਿਫਤ ਸਲਾਹ ਕਰਦੇ ਹਾਂ, ਆਪਣਾ ਬਚਨ ਸਾਂਝੇ ਕਰਦੇ ਹਾਂ। ਇੱਥੇ ਹੀ ਖਿਮਾ ਦਾ ਜਾਚਕ ਹਾਂ ਤੇ ਆਪ ਜਕਾਰੇ ਉੱਚੀ ਆਵਾਜ਼ ਵਿੱਚ ਆਉਂਦੇ ਹਾਂ। ਅੱਜ ਧੰਨ ਭਾਗ ਜੋ ਸੰਗਤ ਏਡੀ ਦੂਰੋਂ ਚੱਲ ਕੇ ਇਸ ਮਟੁੰਡਾ ਦੀ ਧਰਤੀ ਦੇ ਉੱਤੇ ਆਈ ਹੈ। ਸਾਨੂੰ ਬੜੀ ਖੁਸ਼ੀ ਹੈ ਕਿ ਸੰਗਤ ਬੜੀ ਖੁਸ਼ੀ ਵਿੱਚ ਸੇਵਾ ਕਰਦੀ ਫਿਰ ਰਹੀ ਹੈ। ਜਕਾਰਿਆਂ ਦਾ ਸਾਥ ਦੇਣਾ। ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ
ਜਦੋਂ ਵੀ ਕਿਤੇ ਕਲਗੀ ਦੀ ਗੱਲ ਆਉਂਦੀ ਹੈ, ਸੱਚਮੁੱਚ ਜੋ ਇੰਜੀਨੀਅਰ ਸ਼ਮਸ਼ੇਰ ਸਿੰਘ ਜੀ ਢੀਂਡਸਾ ਨੇ ਆਪ ਜੀ ਦੇ ਨਾਲ ਹਰਬਾਣੀ ਸਾਂਝੀ ਕੀਤੀ ਹੈ, ਸੱਚਮੁੱਚ ਇਹ ਸੁਣਨ ਨੂੰ ਮਿਲਦਾ ਹੈ ਕਿ ਗੋਬਿੰਦ ਨੇ ਆਪਣੇ ਸੀਸ ਦੇ ਉੱਤੇ ਕਲਗੀ ਲਾ ਲਈ ਪਹਿਲਾਂ ਦੀ ਤਰ੍ਹਾਂ। ਸੋ ਇਸ ਤਰ੍ਹਾਂ ਨਹੀਂ ਹੈ। ਇਹ ਜਦੋਂ ਹਰਬਾਣੀ ਪੜ੍ਹਦੇ ਹਾਂ, ਜਦੋਂ ਜਿਹੜੀ ਇਹ ਵੀਰ ਜੀ ਨੇ ਪੜ੍ਹੀ ਆ, ਉਹਦੇ ਵਿੱਚ ਇਹ ਸਾਫ਼ ਜ਼ਾਹਰ ਹੁੰਦਾ ਕਿ ਅਕਾਲ ਪੁਰਖ ਕਹਿ ਰਹੇ ਨੇ ਕਿ ਗੋਬਿੰਦ ਤੇਰੀ ਕਲਗੀ ਨੂੰ ਮੈਂ ਆਪਣੇ ਤਾਜ ਦੇ ਵਿੱਚ ਸ਼ੋਭਾ ਦੇਵਾਂਗਾ। ਇਹ ਹਰਬਾਣੀ ਇਸ ਤਰ੍ਹਾਂ ਸਾਬਤ ਕਰਦੀ ਆ ਕਿ ਅਕਾਲ ਪੁਰਖ ਨੇ ਆਪਣੇ ਸੀਸ ਦੇ ਉੱਤੇ ਤਾਜ ਲਾਇਆ ਤੇ ਉਹਦੇ ਵਿੱਚ ਗੋਬਿੰਦ ਦੀ ਕਲਗੀ ਨੂੰ ਸਜਾਇਆ। ਇਸੇ ਤਰ੍ਹਾਂ ਹਜ਼ੂਰ ਸ਼ਹਿਨਸ਼ਾਹ ਦੋ ਕੁ ਲਾਈਨਾਂ ਸਿਰਫ ਦੋ ਲਾਈਨਾਂ ਹੀ, ਜਿਸ ਵੇਲੇ ਅਕਾਲ ਪੁਰਖ ਕੀ ਕਹਿ ਰਹੇ ਨੇ, ਪੁਰਖ ਅਕਾਲ ਕਹੇ ਜਿਸ ਵੇਲੇ ਮੇਰੇ ਸੀਸ ਤੇ ਹੋਵੇ ਤਾਜੇ। ਕੌਣ ਕਹਿ ਰਿਹਾ? ਗੋਬਿੰਦ ਤੇ ਨਹੀਂ ਕਹਿ ਰਿਹਾ। ਪੁਰਖ ਅਕਾਲ ਕਹੇ ਜਿਸ ਵੇਲੇ ਮੇਰੇ ਸੀਸ ਤੇ ਹੋਵੇ ਤਾਜੇ, ਤਾਜਾਂ ਵਾਲੇ ਦਿਆਂ ਮਿਟਾਈਏ। ਕਿਉਂ ਮਿਟਾ ਦੇਗਾ? ਕਿਉਂਕਿ ਜੇ ਸ਼੍ਰੀ ਰਾਮਚੰਦਰ ਜੀ ਨੇ ਇੱਕ ਮੁਖੀ, ਦੋ ਮੁਖੀ ਜਾਂ ਤਿੰਨ ਮੁਖੀ ਜਿੰਨਾ ਵੀ ਛੋਟਾ ਵੱਡਾ ਤਾਜ ਲਾਇਆ ਤੇ ਅੱਗੇ ਰਾਵਣ ਨੇ ਲਾਇਆ, ਉਹ ਉਹਨਾਂ ਨੇ ਰਹਿਣ ਨਹੀਂ ਦਿੱਤਾ। ਜੇ ਕੰਸ ਨੇ ਲਾਇਆ ਛੋਟਾ ਵੱਡਾ ਤੇ ਕ੍ਰਿਸ਼ਨ ਜੀ ਨੇ ਵੀ ਲਾਇਆ ਸੀ, ਉਹਨਾਂ ਨੇ ਰਹਿਣ ਨਹੀਂ ਦਿੱਤਾ। ਜੇ ਦਸ਼ਮੇਸ਼ ਪਿਤਾ ਨੇ ਆਪਣੇ ਸੀਸ ਦੇ ਉੱਤੇ ਕਲਗੀ ਮੁਕਟ ਸਜਾਇਆ ਤੇ ਔਰੰਗਜ਼ੇਬ ਦਾ ਰਹਿਣ ਨਹੀਂ ਦਿੱਤਾ। ਜੇ ਉਹਦੇ ਭੇਜੇ ਹੋਏ ਪੈਗੰਬਰਾਂ ਨੇ ਆਪਣੇ ਸਾਹਮਣੇ ਜਿਹੜੇ ਝੂਠੇ ਲੱਗੇ ਹੋਏ ਸੀ ਤਾਜ, ਉਹ ਨਹੀਂ ਰਹਿਣ ਦਿੱਤੇ, ਤੇ ਜੇ ਹੁਣ ਸਵੈਮ ਅਕਾਲ ਪੁਰਖ ਇਸ ਮਾਤਲੁਕ ਦੇ ਉੱਤੇ ਆਉਣਗੇ, ਜਦੋਂ ਆਪਣੇ ਸੀਸ ਦੇ ਉੱਤੇ ਪੰਜਮੁਖੀ ਤਾਜ ਲਾਉਣਗੇ ਪੇਸ਼ਨ ਗੋਈਆਂ ਦੇ ਮੁਤਾਬਕ, ਕਿਉਂਕਿ ਆਪ ਜੀ ਨੂੰ ਪਤਾ ਯਿਸੂ ਮਸੀਹ ਨੇ ਬਾਈਬਲ ਦੇ ਵਿੱਚ ਉਹਦੇ ਜਿਹੜੇ ਅੱਗੇ ਮੰਨਣ ਵਾਲੇ ਸੀ ਉਹਨਾਂ ਨੇ ਹੀ ਲਿਖਿਆ ਹੈ ਕਿ ਜਦੋਂ ਯਿਸੂ ਮਸੀਹ ਸਾਡੇ ਕਹਿੰਦੇ ਨੇ ਕਿ ਜਦੋਂ ਮੇਰਾ ਨੂਰੀ ਅੱਬਾ ਅਸਮਾਨਾਂ ਤੋਂ ਉਤਰੇਗਾ, ਉਸ ਦੇ ਸੀਸ ਦੇ ਉੱਤੇ ਮੈਂ ਦੇਖ ਰਿਹਾ ਪੰਜਮੁਖੀ ਤਾਜ ਲੱਗਿਆ ਹੋਇਆ ਹੈ। ਮੈਂ ਦੇਖ ਰਿਹਾ ਉਹਦੇ ਮਸਤਕ ਦੇ ਉੱਤੇ ਉਹਦਾ ਰੂਹਾਨੀ ਨਾਮ ਲਿਖਿਆ ਹੋਇਆ। ਮੈਂ ਦੇਖ ਰਿਹਾ ਉਹਦੇ ਆਲੇ ਦੁਆਲੇ ਚਿੱਟੇ ਕੱਪੜਿਆਂ ਵਾਲੀ ਫੌਜ ਬੈਠੀ ਹੈ। ਮੈਨੂੰ ਇਹ ਭਾਸ ਰਿਹਾ ਕਿ ਜਦੋਂ ਉਹ ਆਇਆ, ਉਹ ਮੁਰਦਿਆਂ ਨੂੰ ਜੀਂਦਿਆਂ ਕਰ ਦੇਵੇਗਾ, ਉਹ ਕਬਰਾਂ ਦੇ ਵਿੱਚੋਂ ਸੁੱਤਿਆਂ ਨੂੰ ਉਠਾਲ ਲਵੇਗਾ। ਸੋ ਇਹ ਗੱਲਾਂ ਆਪ ਜੀ ਦੇ ਦਾਸ ਦੇ ਸਾਹਮਣੇ ਇਹ ਗੱਲਾਂ ਹੋਈਆਂ। ਸੀਸ ਦੇ ਉੱਤੇ ਪੰਜਮੁਖੀ ਤਾਜ ਵੀ ਲਾਇਆ, ਮਸਤਕ ਦੇ ਉੱਤੇ ਰੂਹਾਨੀ ਨਾਮ ਵੀ ਲਿਖਿਆ। ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਜਦੋਂ ਤੁਸੀਂ ਉੱਪਰ ਜਿਹੜਾ ਤਾਜ ਲੱਗਿਆ ਹੋਇਆ ਉਹਦੇ ਦਰਸ਼ਨ ਕਰਦੇ ਹੋ ਸੀਸ ਦੇ ਉੱਤੇ, ਉਹਦੇ ਵਿੱਚ ਲਿਖਿਆ ਹੋਇਆ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਔਰ ਇਹ ਆਪਾਂ ਸਾਰੇ ਦੇਖਦੇ ਹਾਂ, ਹਜ਼ੂਰ ਸ਼ਹਿਨਸ਼ਾਹ ਜੀ ਦਾ ਸਿੰਘਾਸਨ ਸੈਂਟਰ ਦੇ ਵਿੱਚ ਬਿਰਾਜਮਾਨ, ਔਰ ਉਹਦੇ ਆਲੇ ਦੁਆਲੇ ਚਿੱਟੇ ਕੱਪੜਿਆਂ ਵਾਲੀ ਫੌਜ ਬੈਠੀ ਵੀ ਦੇਖਦੇ ਹਾਂ। ਔਰ ਇਹ ਵੀ ਆਪਾਂ ਦੇਖਦੇ ਹਾਂ ਕਿ ਮੁਰਦਿਆਂ ਨੂੰ ਉਹਨੇ ਕਿਸ ਤਰ੍ਹਾਂ ਜਗਾਤਾ। ਜਿਹੜੀਆਂ ਰੂਹਾਂ ਅਕਾਲ ਪੁਰਖ ਤੋਂ ਦੂਰ ਹੋਈਆਂ ਸੀ, ਉਹਨੇ ਆਪਣੀ ਸਵੱਲੀ ਨਜ਼ਰ, ਨਾਨਕ ਪਾਤਸ਼ਾਹ ਲਿਖਦੇ, ਨਦਰੀ ਨਜ਼ਰ ਨਿਹਾਲ, ਉਹ ਅਕਾਲ ਪੁਰਖ ਆਪਣੀ ਨਜ਼ਰ ਦੇ ਨਾਲ ਸਾਹਮਣੇ ਨਿਹਾਲ ਕਰ ਦਿੰਦਾ ਹੈ। ਔਰ ਜਿਨ੍ਹਾਂ ਨੂੰ ਨਿਹਾਲ ਕੀਤਾ ਉਹਨਾਂ ਨੂੰ ਉਹਨੇ ਚਿੱਟੇ ਆਪਣੇ ਮੁਰਦਿਆਂ ਨੂੰ ਜਿਹੜਾ ਸੀ ਉਹਨਾਂ ਜੀਂਦਾ ਕਰ ਲਿਆ। ਕਬਰਾਂ ਕਿਹੜੀਆਂ? ਸਾਡੇ ਇਹ ਜਿਹੜੇ ਪੰਜ ਤੱਤ ਦੇ ਸਰੀਰ, 3.5 ਅਰਥ ਦੇ, ਇਹਨਾਂ ਦੇ ਵਿੱਚੋਂ ਉਹਨੇ ਆਪਣੇ ਦਰਸ਼ਨ ਦੇ ਕੇ ਉਠਾਲ ਲਿਆ, ਜੀਂਦੇ ਕਰ ਲਿਆ। ਕਬਰਾਂ ਦੇ ਵਿੱਚੋਂ ਉਠਾਲ ਲਿਆ, ਮੋਇਆਂ ਨੂੰ ਜੀਂਦੇ ਕਰ ਲਿਆ। ਕਿਹੜੀ ਪੇਸ਼ਨਗੋਈ ਹੈ ਜਿਹੜੀ ਹਜ਼ੂਰ ਸ਼ਹਿਨਸ਼ਾਹ ਜੀ ਤੁਹਾਡੇ ਪਿਤਾ ਪਰਮੇਸ਼ਵਰ ਨੇ ਇਸ ਧਰਤੀ ਦੇ ਉੱਤੇ ਆ ਕੇ ਪੂਰੀ ਨਹੀਂ ਕੀਤੀ? ਕੋਈ ਤੇ ਧਰਮ ਗ੍ਰੰਥ ਕਹੇ ਕਿ ਆਹ ਪੇਸ਼ਨਗੋਈ ਸਾਡੇ ਧਰਮ ਗ੍ਰੰਥ ਦੇ ਵਿੱਚ ਲਿਖੀ ਹੋਈ ਹੈ ਤੇ ਪੂਰੀ ਨਹੀਂ ਹੋਈ। ਦਾਸ ਅਰਜ਼ ਕਰਿਆ ਕਰਦਾ ਹੈ, ਆਪਣੇ ਧਰਮ ਗ੍ਰੰਥਾਂ ਦੇ ਮੁਤਾਬਕ ਕਿਸੇ ਵੀ ਧਰਮ ਦਾ ਕੋਈ ਵੀ ਬੰਦਾ ਸਾਡੇ 'ਚ ਜਦੋਂ ਕਿਤੇ ਮੌਜੂਦ ਹੋਵੇ, ਉਹ ਸਾਡੇ ਨਾਲ ਆ ਕੇ ਗੱਲ ਕਰ ਸਕਦਾ ਹੈ ਕਿ ਸਾਡੇ ਧਰਮ ਦੇ ਵਿੱਚ ਆਹ ਪੇਸ਼ਨਗੋਈ ਲਿਖੀ ਹੋਈ ਆ, ਦੱਸੋ ਤੁਹਾਡੇ ਪਰਮਾਤਮਾ ਨੇ ਪੂਰੀ ਕੀਤੀ ਕਿ ਨਹੀਂ ਕੀਤੀ? ਸਾਬਤ ਕਰਾਂਗੇ। 24 ਗ੍ਰੰਥਾਂ ਦੇ ਵਿੱਚ ਹਰ ਪੇਸ਼ਨਗੋਈ ਲਿਖੀ ਹੋਈ ਆ ਕਿ ਕਿਹੜੇ ਕਿਹੜੇ ਗੁਰੂ ਪੀਰ ਪੈਗੰਬਰ ਅਵਤਾਰ ਨੇ। ਇਹਨਾਂ ਤੋਂ ਪਹਿਲੇ ਗ੍ਰੰਥਾਂ ਦੇ ਵਿੱਚ ਪੇਸ਼ਨਗੋਈਆਂ ਲਿਖੀਆਂ ਹੋਈਆਂ ਨੇ ਕਿ ਜਦੋਂ ਅਸਮਾਨਾਂ ਤੋਂ ਨੂਰੀ ਅੱਬਾ ਉਤਰਿਆ ਤੇ ਉਹਦੇ ਆਹ ਹੋਏਗਾ। ਜਦੋਂ ਮੇਰਾ ਮਾਂ ਮਹਿੰਦੀ ਆਇਆ, ਉਹ 9 ਸਿਪਾਰੇ ਲਿਖੇਗਾ। ਅਸੀਂ ਦੱਸ ਸਕਦੇ ਹਾਂ ਇਸਲਾਮ ਨੂੰ ਕਿ 9 ਸਿਪਾਰੇ ਇਹਨਾਂ ਗ੍ਰੰਥਾਂ ਦੇ ਵਿੱਚ ਅੰਕਿਤ ਨੇ, ਦੱਸ ਸਕਦੇ ਹਾਂ। ਸੋ ਕੋਈ ਵੀ ਪੇਸ਼ਨਗੋਈ ਐਸੀ ਨਹੀਂ। ਜੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਲਿਖਿਆ ਕਿ ਉਹ ਪੋਥੀਆਂ ਲਿਖੇਗਾ, ਅਸੀਂ ਦੱਸ ਸਕਦੇ ਹਾਂ ਕਿ ਪੋਥੀਆਂ ਨਹੀਂ, ਉਹਨੇ 24 ਗ੍ਰੰਥ ਹਰਬਾਣੀ ਦੇ ਲਿਖ ਦਿੱਤੇ। ਐਡਾ ਵੱਡਾ ਭੰਡਾਰ
ਜਿਹੜਾ ਅੱਜ ਤੱਕ ਇਸ ਧਰਤੀ ਦੇ ਉੱਤੇ ਕਿਸੇ ਵੀ ਰਹਿਬਰ ਨੇ ਨਹੀਂ ਲਿਖਿਆ। ਅਸੀਂ ਦੱਸ ਸਕਦੇ ਹਾਂ, ਜੇ ਸਾਹਿਬ ਸੁਲਤਾਨ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਖਿਆ ਕਿ ਉਹ ਜੱਟ ਘਰਾਣੇ ਦੇ ਵਿੱਚ ਆਏ ਆ, ਅਸੀਂ ਦੱਸ ਸਕਦੇ ਹਾਂ ਕਿ ਉਹ ਜੱਟ ਘਰਾਣੇ ਦੇ ਵਿੱਚ ਆਏ। ਰੂਪ ਧਾਰ ਬੈਠਾ ਜੱਟ ਦਾ, ਦੋਨਾਂ ਹੱਥਾਂ ਦੇ ਵਿੱਚ ਡਾਂਗਾਂ ਫੜ ਕੇ ਇਹ ਹਜ਼ੂਰ ਸ਼ਹਿਨशाह ਨੇ ਵਿਹਾਰ ਕਰਾਇਆ। ਮੈਂ ਕਦੇ ਰਾਮ ਬਣਿਆ, ਕਦੇ ਰਹੀਮ ਬਣਿਆ, ਹੁਣ ਮੈਂ ਰੂਪ ਧਾਰ ਬੈਠਾ ਜੱਟ ਦਾ। ਸੋ ਕੋਈ ਵੀ ਪੇਸ਼ਨਗੋਈ ਅੱਜ ਵੀ ਸਾਡੇ ਇਸ ਪੰਡਾਲ ਦੇ ਵਿੱਚ ਕਿਸੇ ਵੀ ਧਰਮ ਨੂੰ ਮੰਨਦਾ ਹੋਇਆ ਕੋਈ ਵੀ ਵਿਅਕਤੀ ਇੱਥੇ ਹਾਜ਼ਰ ਹੈ, ਉਹ ਸਾਡੇ ਨਾਲ ਆ ਕੇ ਵਿਚਾਰ ਕਰ ਸਕਦਾ ਹੈ ਕਿ ਸਾਡੇ ਧਰਮ ਗ੍ਰੰਥ ਦੇ ਵਿੱਚ ਆਹ ਪੇਸ਼ਨਗੋਈ ਲਿਖੀ ਹੈ, ਦੱਸੋ ਤੁਹਾਡੇ ਪਰਮਾਤਮਾ ਨੇ, ਤੁਹਾਡਾ ਨਹੀਂ ਪਰਮਾਤਮਾ, ਇਹ ਸਭ ਦਾ ਪਰਮਾਤਮਾ, ਉਹ ਪੂਰੀ ਕੀਤੀ ਹੈ ਕਿ ਨਹੀਂ। ਇਹ ਸਾਬਤ ਕੀਤਾ ਜਾ ਸਕਦਾ ਹੈ ਕਿ ਪੇਸ਼ਨਗੋਈ ਕੋਈ ਵੀ ਐਸੀ ਨਹੀਂ ਜਿਹੜੀ ਪੂਰੀ ਨਹੀਂ ਹੋਈ। ਜੇ ਇਹ ਪੇਸ਼ਨਗੋਈ ਕਿ ਉਹ ਜਦੋਂ ਆਇਆ ਉਹ ਬਾਣੀਆਂ ਨੂੰ ਉਲਟਾ ਦੇਵੇਗਾ, ਉਲਟਾਇਆ ਹੈ। ਅਕਾਲ ਪੁਰਖ ਦੀ ਬਜਾਏ ਪੁਰਖ ਅਕਾਲ ਲਿਖਿਆ ਹੈ। ਪੇਸ਼ਨਗੋਈ ਦੇ ਉਲਟ ਗੋਈ ਪੇਸ਼ੀਨ ਲਿਖਿਆ ਹੈ। ਇਸ ਤਰ੍ਹਾਂ ਦੀਆਂ ਸੈਂਕੜੇ ਜਦੋਂ ਪੜ੍ਹੀ ਦੀਆਂ ਨੇ ਉਲਟਾਈਆਂ ਹੋਈਆਂ ਬਾਣੀਆਂ ਹਜ਼ੂਰ ਸ਼ਹਿਨशाह ਨੇ ਇਹਨਾਂ 24 ਗ੍ਰੰਥਾਂ ਦੇ ਵਿੱਚ ਅੰਕਿਤ ਕਰਵਾਈਆਂ ਨੇ। ਦੱਸੋ, ਸਾਬਤ ਕਰਾਂਗੇ ਇਹਨਾਂ ਗ੍ਰੰਥਾਂ ਦੇ ਮੁਤਾਬਕ ਕਿ ਅਕਾਲ ਪੁਰਖ ਨੇ ਤੁਹਾਡੇ ਰਹਿਬਰਾਂ ਦੇ ਲਿਖੇ ਹੋਏ ਮੁਤਾਬਕ ਆਹ ਪੇਸ਼ਨਗੋਈਆਂ ਸੀ, ਉਹ ਪਾਤਸ਼ਾਹ ਨੇ ਆ ਕੇ ਪੂਰੀਆਂ ਕੀਤੀਆਂ ਨੇ। ਸੋ ਆਪ ਜੀ ਦਾ ਸਮਾਂ ਜ਼ਿਆਦਾ ਨਾ ਲੈਂਦਾ ਹੋਇਆ 10 ਮਿੰਟ ਵਾਸਤੇ ਵੀਰ ਪਰਮਿੰਦਰ ਸਿੰਘ, ਉਸ ਤੋਂ ਬਾਅਦ ਮੈਂ ਬੁਲਾਰਿਆਂ ਤੋਂ ਮਾਫੀ ਚਾਹਾਂਗਾ। ਰਾਤ ਨੂੰ ਸਮਾਂ ਦੇਵਾਂਗੇ ਤੇ ਇਹ ਪਰਮਿੰਦਰ ਸਿੰਘ 10 ਮਿੰਟ ਵਾਸਤੇ।